ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ। प्यारे विद्यार्थियों, मेरा नाम नवजोत सिंह है। मैं सरकारी सीनियर सेकेंडरी स्कूल लड़के मंडी गोबिंदगढ़ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਸੇਵਾ ਬਤੌਰ ਸਾਇੰਸ ਅਧਿਆਪਕ ਨਿਭਾ ਰਿਹਾ ਹਾਂ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਆਪਣੇ ਦੇਸ਼ ਵਿੱਚ ਲੋਕਡਾਊਨ ਦੀ ਸ਼ੁਰੂਆਤ ਹੋ ਚੁੱਕੀ ਹੈ। ਆਪਾਂ ਸਾਰਿਆਂ ਨੇ ਇਸ ਦੀ ਪਾਲਣਾ ਕਰਦੇ ਹੋਏ ਆਪਣੀ ਸਿਹਤ ਹੈਲਥ ਦਾ ਧਿਆਨ ਰੱਖਣਾ ਹੈ। ਇਸ ਲਈ ਸਾਨੂੰ ਆਪਣੇ ਭੋਜਨ ਦੇ ਬਾਰੇ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ। ਤੇ ਆਓ ਫਿਰ ਅੱਜ ਆਪਾਂ ਜਮਾਤ 6ਵੀਂ ਦੇ ਸਾਇੰਸ ਦਾ ਪਹਿਲਾ ਪਾਠ, ਜਿਸ ਦਾ ਕਿ ਨਾਮ ਹੈ ਭੋਜਨ ਫੂਡ ਬਾਰੇ ਜਾਣਕਾਰੀ ਵਿਸਥਾਰ ਪੂਰਵਕ ਹਾਸਲ ਕਰੀਏ। ਭੋਜਨ ਕੀ ਹੈ? ਵਾਟ ਇਜ਼ ਫੂਡ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਦੈਟ ਇਜ਼ ਵੈਰਾਈਟੀ ਆਫ ਫੂਡ। ਇੰਗਰੀਡੀਐਂਟਸ ਆਫ ਫੂਡ, ਇਹ ਕਿੱਥੋਂ ਪ੍ਰਾਪਤ ਹੁੰਦਾ ਹੈ? ਸੋਰਸਿਸ ਆਫ ਫੂਡ, ਇਸ ਦੀ ਜ਼ਰੂਰਤ ਕੀ ਹੈ? ਵਾਟਸ ਦਾ ਨੀਡ ਆਫ ਫੂਡ? ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਬਾਰੇ ਆਪਾਂ ਲੜੀਵਾਰ ਜਾਣਾਂਗੇ। ਤਾਂ ਆਓ ਗੱਲ ਕਰੀਏ ਫੂਡ ਦੇ ਬਾਰੇ। ਫੂਡ ਇਜ਼ ਵਟ ਪੀਪਲ ਐਂਡ ਐਨੀਮਲਸ ਈਟ ਟੂ ਸਰਵਾਈਵ ਇਜ਼ ਕਾਲਡ ਫੂਡ। ਉਹ ਪਦਾਰਥ ਜੋ ਮਨੁੱਖ ਅਤੇ ਜੀਵ ਜੰਤੂ ਜਿਉਂਦੇ ਰਹਿਣ ਲਈ ਗ੍ਰਹਿਣ ਕਰਦੇ ਹਨ, ਉਸ ਨੂੰ ਭੋਜਨ ਕਿਹਾ ਜਾਂਦਾ ਹੈ। ਇਸ ਤੋਂ ਸਾਨੂੰ ਐਨਰਜੀ ਵੀ ਮਿਲਦੀ ਹੈ, ਭਾਵ ਊਰਜਾ ਮਿਲਦੀ ਹੈ। ਬੱਚਿਓ, ਹੁਣ ਆਪਾਂ ਗੱਲ ਕਰਾਂਗੇ ਭੋਜਨ ਦੀਆਂ ਵੱਖ-ਵੱਖ ਕਿਸਮਾਂ ਬਾਰੇ। ਦੈਟ ਇਜ਼ ਵੈਰਾਈਟੀ ਆਫ ਫੂਡ। ਭੋਜਨ ਦੀਆਂ ਕਿਸਮਾਂ ਕੀ ਹੁੰਦੀਆਂ ਹਨ? ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਾਰੇ ਲੋਕ ਇੱਕੋ ਤਰ੍ਹਾਂ ਦਾ ਭੋਜਨ ਨਹੀਂ ਖਾਂਦੇ। ਉਸੇ ਤਰ੍ਹਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੇ ਲੋਕ ਡਿਫਰੈਂਟ ਟਾਈਪਸ ਆਫ ਫੂਡ ਇਨਹੇਲ ਕਰਦੇ ਹਨ, ਖਾਂਦੇ ਹਨ। ਲੋਕ ਵੱਖ-ਵੱਖ ਤਰ੍ਹਾਂ ਦਾ ਭੋਜਨ ਗ੍ਰਹਿਣ ਕਰਦੇ ਹਨ। ਪੰਜਾਬ ਦਾ ਮੁੱਖ ਭੋਜਨ ਕੀ ਹੈ? ਸਾਗ ਅਤੇ ਮੱਕੀ ਦੀ ਰੋਟੀ। ਇਸ ਤਰ੍ਹਾਂ ਹੀ ਦੱਖਣੀ ਸੂਬਿਆਂ ਦਾ ਮੁੱਖ ਭੋਜਨ ਇਡਲੀ ਅਤੇ ਡੋਸਾ। ਕੰਢੀ ਖੇਤਰਾਂ ਵਿੱਚ ਚਾਵਲ ਅਤੇ ਮੱਛੀ ਦਾ ਭਰਪੂਰ ਉਪਯੋਗ ਭੋਜਨ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਆਓ ਵਿਦਿਆਰਥੀਓ, ਹੁਣ ਆਪਾਂ ਗੱਲ ਕਰੀਏ ਫੂਡ ਮਟੀਰੀਅਲਸ ਐਂਡ ਸੋਰਸਿਸ ਆਫ ਫੂਡ। ਭੋਜਨ ਦੇ ਸਰੋਤਾਂ ਬਾਰੇ ਆਪਾਂ ਜਾਣਕਾਰੀ ਹਾਸਲ ਕਰੀਏ। ਆਪਾਂ ਰੋਜ਼ ਘਰ ਦੇ ਵਿੱਚ ਰੋਟੀ ਖਾਂਦੇ ਹਾਂ। ਰੋਟੀ ਕਿੱਥੋਂ ਆਉਂਦੀ ਹੈ? ਆਟੇ ਤੋਂ ਬਣਦੀ ਹੈ। ਆਟਾ ਕਿੱਥੋਂ ਆਉਂਦਾ ਹੈ? ਵੀਟ ਤੋਂ ਮਿਲਦਾ ਹੈ। ਵੀਟ ਕਣਕ ਤੋਂ ਮਿਲਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਮਿਲਕ ਪੀਂਦੇ ਹਾਂ, ਦੁੱਧ ਪੀਂਦੇ ਹਾਂ, ਤਾਂ ਦੁੱਧ ਕਿੱਥੋਂ ਅਵੇਲੇਬਲ ਹੁੰਦਾ ਹੈ? ਮੀਟ ਖਾਂਦੇ ਹਾਂ ਤਾਂ ਮੀਟ ਆਪਾਂ ਨੂੰ ਕਿੱਥੋਂ ਮਿਲਦਾ ਹੈ? ਤੁਸੀਂ ਦੇਖ ਹੀ ਲਿਆ ਹੋਣਾ ਕਿ ਆਪਾਂ ਸੋਰਸਿਸ ਨੂੰ ਜਾਣਨ ਬਾਰੇ ਗੱਲ ਕਰ ਰਹੇ ਹਾਂ ਕਿ ਇਹਨਾਂ ਪ੍ਰੋਡਕਟਸ ਦੇ, ਇਹਨਾਂ ਫੂਡ ਆਈਟਮਸ ਦੇ ਸੋਰਸਿਸ ਕੀ ਹਨ। ਸੋ ਲੈਟ ਅਸ ਸਟਾਰਟ ਟੂ ਨੋ the basic sources of food items. ਭੋਜਨ ਮੁੱਖ ਰੂਪ ਵਿੱਚ ਦੋ ਸਰੋਤਾਂ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। One is plants and another is animals, ਭਾਵ ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦਾ ਹੈ। Plants are the sources of food like greens, vegetables and fruits. We eat many leafy vegetables, spinach, ਪਾਲਕ ਦੇ ਤੌਰ 'ਤੇ ਆਪਾਂ ਪੌਦਿਆਂ ਦੇ ਪੱਤਿਆਂ ਦੀ ਵਰਤੋਂ ਕਰਦੇ ਹਾਂ। ਪਾਲਕ ਨੂੰ ਭੋਜਨ ਦੇ ਰੂਪ ਵਿੱਚ ਆਪਾਂ ਖਾਂਦੇ ਹਾਂ। We eat stem, ਤਣੇ ਦੇ ਰੂਪ ਵਿੱਚ ਆਪਾਂ ਗੰਨੇ ਨੂੰ ਖਾਂਦੇ ਹਾਂ, ਜਿਹਨੂੰ ਆਪਾਂ ਸ਼ੂਗਰ ਕੇਨ ਵੀ ਬੋਲਦੇ ਹਾਂ। ਈਵਨ ਫਲਾਵਰ ਵੀ ਖਾਂਦੇ ਹਾਂ ਆਪਾਂ, ਜਿਵੇਂ ਕਾਲੀਫਲਾਵਰ, ਪੱਤਾ ਗੋਭੀ ਆਪਾਂ ਫਲਾਵਰ ਦੇ ਰੂਪ ਦੇ ਵਿੱਚ ਕੰਜ਼ਿਊਮ ਕਰਦੇ ਹਾਂ। ਇੱਥੇ ਬੱਚਿਓ ਇੱਕ ਨੋਟ ਕਰਨ ਵਾਲੀ ਗੱਲ ਇਹ ਬਣਦੀ ਹੈ ਕਿ ਆਪਾਂ ਆਪਣੇ ਆਲੇ ਦੁਆਲੇ ਦੇ ਅਣਜਾਣ ਪੌਦਿਆਂ 'ਤੇ
ਕਦੇ ਵੀ ਪ੍ਰੀਖਣ ਨਾ ਕਰੀਏ ਕਿ ਇਹ ਖਾਣਯੋਗ ਹੈ ਜਾਂ ਨਹੀਂ, ਕਿਉਂਕਿ ਬੱਚਿਓ ਕੁਝ ਪੌਦੇ ਜ਼ਹਿਰੀਲੇ ਵੀ ਹੁੰਦੇ ਹਨ। ਇਸ ਲਈ ਸਾਨੂੰ ਇਹੋ ਜਿਹਾ ਪ੍ਰੀਖਣ ਕਦੇ ਨਹੀਂ ਕਰਨਾ ਚਾਹੀਦਾ। ਕੁਝ ਪਲਾਂਟਸ ਅਜਿਹੇ ਹਨ ਜਿਨ੍ਹਾਂ ਤੋਂ ਸਾਨੂੰ ਡਿਫਰੈਂਟ ਪਾਰਟਸ ਦੇ ਵਿੱਚ 2 or more ਟਾਈਪਸ ਦਾ ਸਾਨੂੰ ਫੂਡ ਪ੍ਰਾਪਤ ਹੁੰਦਾ ਹੈ। ਫॉर एग्जांपल, plants provides us wheat and vegetables, grains. More edible parts of the seeds of mustard plant gives us oil and leaves used as vegetable. ਰਾਈ ਦੇ ਪੌਦੇ ਦਾ ਆਪਾਂ ਜਿਹੜੇ ਉਹਦੇ ਬੀਜ ਨੇ ਉਹਦਾ ਤੇਲ ਬਣਾਉਂਦੇ ਹਾਂ ਤੇ ਪੱਤਿਆਂ ਨੂੰ ਆਪਾਂ ਸਬਜ਼ੀ ਦੇ ਤੌਰ ਤੇ ਵਰਤਦੇ ਹਾਂ। ਐਨੀਮਲਸ ਤੋਂ ਆਪਾਂ ਮੁੱਖ ਰੂਪ ਦੇ ਵਿੱਚ ਮਿਲਕ, ਮੀਟ ਪ੍ਰੋਡਕਟਸ, ਐਗਸ ਵਗੈਰਾ ਲੈਂਦੇ ਹਾਂ। ਹੁਣ ਆਪਾਂ ਫੂਡ ਆਈਟਮਸ ਦੇ ਇੰਗਰੀਡੀਐਂਟਸ ਬਾਰੇ ਗੱਲ ਕਰਾਂਗੇ। ਜੇਕਰ ਬੱਚਿਓ ਆਪਾਂ ਰੋਟੀ, ਚਪਾਤੀ ਜਿਹਨੂੰ ਫੁਲਕਾ ਵੀ ਬੋਲਦੇ ਹਾਂ ਬਣਾਉਣੀ ਹੋਵੇ ਤਾਂ ਸਾਨੂੰ ਕਿਹੜੀ ਕੱਚੀ ਸਮੱਗਰੀ ਦੀ ਜ਼ਰੂਰਤ ਪਵੇਗੀ। ਤਾਂ ਵੀਟ ਦੀ ਸਾਨੂੰ ਜ਼ਰੂਰਤ ਪਵੇਗੀ, ਆਟੇ ਦੀ ਜ਼ਰੂਰਤ ਪਵੇਗੀ, ਪਾਣੀ ਦੀ ਜ਼ਰੂਰਤ ਪਵੇਗੀ ਕੱਚੀ ਸਮੱਗਰੀ ਦੇ ਤੌਰ ਤੇ। ਇੰਗਰੀਡੀਐਂਟਸ ਆਫ ਦਾਲ, ਪਲਸਿਸ ਦੇ ਤੌਰ ਤੇ ਆਪਾਂ ਨੂੰ ਕੱਚੀ ਦਾਲ ਦੀ ਜ਼ਰੂਰਤ ਪਵੇਗੀ, ਪਾਣੀ ਦੀ ਜ਼ਰੂਰਤ ਪਵੇਗੀ, ਨਮਕ ਸਾਲਟ ਦੀ ਜ਼ਰੂਰਤ ਪਵੇਗੀ, ਆਇਲ ਘੀ ਦੀ ਜ਼ਰੂਰਤ ਪਵੇਗੀ, ਸਪਾਈਸਿਸ ਦੀ ਮਸਾਲਿਆਂ ਦੀ ਜ਼ਰੂਰਤ ਪਵੇਗੀ। ਜੇਕਰ ਆਪਾਂ ਇੰਗਰੀਡੀਐਂਟਸ ਆਫ ਵੈਜੀਟੇਬਲਸ ਦੀ ਗੱਲ ਕਰੀਏ, ਸਬਜ਼ੀ ਬਣਾਉਣੀ ਹੋਵੇ ਤਾਂ ਸਾਨੂੰ ਕੱਚੀ ਸਬਜ਼ੀ ਦੀ ਜ਼ਰੂਰਤ ਪਵੇਗੀ, ਪਾਣੀ ਦੀ ਜ਼ਰੂਰਤ ਪਵੇਗੀ, ਸਾਲਟ, ਆਇਲ, ਘੀ ਤੇ ਸਪਾਈਸਿਸ ਦੀ ਜ਼ਰੂਰਤ ਪਵੇਗੀ। ਜੇਕਰ ਅਸੀਂ ਬੋਇਲਡ ਰਾਈਸ ਦੇ ਲਈ ਕੱਚੀ ਸਮੱਗਰੀ ਦੀ ਗੱਲ ਕਰੀਏ, ਬੋਇਲਡ ਰਾਈਸ ਉਬਲੇ ਹੋਏ ਚੌਲਾਂ ਦੀ ਗੱਲ ਕਰੀਏ ਤਾਂ ਸਾਨੂੰ ਕੱਚੀ ਸਮੱਗਰੀ ਇਸ ਦੇ ਲਈ ਚੌਲ ਚਾਹੀਦੀ ਹੋਵੇਗੀ, ਪਾਣੀ ਚਾਹੀਦਾ ਹੋਵੇਗਾ ਤੇ ਇਹਨਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਪਵੇਗੀ। ਨੈਕਸਟ ਆਪਣੇ ਕੋਲ ਪੁਆਇੰਟ ਹੈ ਬੱਚਿਓ ਕਿ ਭੋਜਨ ਦੀ ਜ਼ਰੂਰਤ ਕੀ ਹੈ। ਤੁਸੀਂ ਨੋਟ ਕੀਤਾ ਹੋਣਾ ਜਦੋਂ ਤੁਸੀਂ ਸਕੂਲ ਜਾਂਦੇ ਹੋ, ਘਰ ਤੋਂ ਭੋਜਨ ਕਰਕੇ ਜਾਂਦੇ ਹੋ, ਖਾਣਾ ਖਾ ਕੇ ਜਾਂਦੇ ਹੋ ਅਤੇ ਫਿਰ ਅੱਧੀ ਛੁੱਟੀ ਵੇਲੇ, ਬ੍ਰੇਕ ਵੇਲੇ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਥਕਾਵਟ ਦਾ ਕਾਰਨ ਇਹ ਹੈ ਕਿ ਆਪਣੇ ਸਰੀਰ ਵਿੱਚ ਊਰਜਾ ਭਾਵ ਐਨਰਜੀ ਦੀ ਕਮੀ ਹੋ ਜਾਂਦੀ ਹੈ। ਫਿਰ ਜਦੋਂ ਅਸੀਂ ਮਿਡ ਡੇ ਮੀਲ ਦੇ ਰੂਪ ਵਿੱਚ ਭੋਜਨ ਗ੍ਰਹਿਣ ਕਰਦੇ ਹਾਂ ਤਾਂ ਸਾਡੇ ਸਰੀਰ ਵਿੱਚ ਐਨਰਜੀ ਪ੍ਰਾਪਤ ਹੁੰਦੀ ਹੈ ਅਤੇ ਅਸੀਂ ਥੋੜ੍ਹਾ ਜਿਹਾ ਠੀਕ ਮਹਿਸੂਸ ਕਰਦੇ ਹਾਂ। ਅਤੇ ਬੱਚਿਓ ਹੁਣ ਤੱਕ ਆਪਾਂ ਕੀ ਪੜ੍ਹਿਆ ਕਿ ਫੂਡ ਕੀ ਹੈ। ਇੱਕ ਰਿਮਾਈਂਡਰ ਲਈਏ ਆਪਾਂ, ਫੂਡ ਕੀ ਹੈ, ਭੋਜਨ ਕੀ ਹੈ, ਡਿਫਰੈਂਟ ਟਾਈਪਸ ਆਫ ਫੂਡ ਕਿਹੜੇ ਹਨ, ਸੋਰਸਿਸ ਆਫ ਫੂਡ ਕੀ ਹਨ। ਫਿਰ ਆਪਾਂ ਪੜ੍ਹਿਆ ਸੀ ਉਸ ਤੋਂ ਬਾਅਦ ਇੰਗਰੀਡੀਐਂਟਸ ਆਫ ਫੂਡਸ ਅਤੇ ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਭੋਜਨ ਦੀ ਕੀ ਜ਼ਰੂਰਤ ਹੈ। ਹੁਣ ਅੱਗੇ ਬੱਚਿਓ ਆਪਾਂ ਗੱਲ ਕਰਾਂਗੇ, ਲੈਟ ਅਸ ਟਾਕ ਅਬਾਊਟ ਦ ਐਨੀਮਲਸ, ਡਿਫਰੈਂਟ ਕੈਟਾਗਰੀਜ਼ ਆਫ ਐਨੀਮਲਸ ਬਾਰੇ ਜਾਣਾਂਗੇ, ਜਾਨਵਰਾਂ ਬਾਰੇ ਜਾਣਾਂਗੇ। ਉਹ ਐਨੀਮਲਸ ਜਿਹੜੇ ਪਲਾਂਟਸ ਜਾਂ ਪਲਾਂਟ ਪ੍ਰੋਡਕਟਸ ਨੂੰ ਖਾਂਦੇ ਹਨ ਉਹਨਾਂ ਨੂੰ ਹਰਬੀਵੋਰਸ ਜਾਣੀ ਕਿ ਸ਼ਾਕਾਹਾਰੀ ਕਿਹਾ ਜਾਂਦਾ ਹੈ। ਉਹ ਜੰਤੂ ਜੋ ਕੇਵਲ ਪੌਦਿਆਂ ਅਤੇ ਪੌਦਿਆਂ ਤੋਂ ਬਣੇ ਪਦਾਰਥਾਂ 'ਤੇ ਨਿਰਭਰ ਕਰਦੇ ਹਨ ਉਹਨਾਂ ਨੂੰ ਸ਼ਾਕਾਹਾਰੀ ਕਹਿੰਦੇ ਹਨ। ਜਿਵੇਂ ਕਿ ਹਿਰਨ, ਡੀਅਰ ਬੋਲਦੇ ਹਾਂ ਜਿਹਨੂੰ ਆਪਾਂ। ਨੈਕਸਟ ਹੈ ਬੇਟਾ, ਦੋਜ਼ ਆਰ ਐਨੀਮਲਸ ਵਿਚ ਈਟ ਅਦਰ ਐਨੀਮਲਸ ਆਰ ਕਾਲਡ ਕਾਰਨੀਵੋਰਸ। ਉਹ ਐਨੀਮਲ ਜੋ ਭੋਜਨ ਲਈ ਦੂਜੇ ਜਾਨਵਰਾਂ 'ਤੇ ਨਿਰਭਰ ਕਰਦੇ ਹਨ ਕਾਰਨੀਵੋਰਸ ਅਖਵਾਉਂਦੇ ਹਨ, ਮਾਸਾਹਾਰੀ ਅਖਵਾਉਂਦੇ ਹਨ, ਜਿਵੇਂ ਲਾਇਨ, ਟਾਈਗਰ ਐਕਸੈਟਰਾ, ਸ਼ੇਰ ਅਤੇ ਚੀਤਾ। ਬੱਚਿਓ ਕੀ ਤੁਸੀਂ ਜਾਣਦੇ ਹੋ ਇੱਕ ਹੋਰ ਕੈਟਾਗਰੀ ਵੀ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਇੱਕ ਕੈਟਾਗਰੀ ਹੋਰ ਹੁੰਦੀ ਹੈ ਜਿਹੜੇ ਪਲਾਂਟਸ ਅਤੇ ਐਨੀਮਲਸ ਦੋਨਾਂ ਨੂੰ ਖਾਂਦੇ ਹਨ, ਭਾਵ ਐਨੀਮਲਸ ਵਿਚ ਈਟ ਬੋਥ ਪਲਾਂਟਸ ਐਂਡ ਐਨੀਮਲਸ, ਥੀਜ਼ ਆਰ ਕਾਲਡ ਓਮਨੀਵੋਰਸ।
ਸਰਬ ਆਹਾਰੀ ਜਿਵੇਂ ਕਿ ਬੀਅਰ, ਕ੍ਰੋ। ਹੁਣ ਆਪਾਂ ਗੱਲਾਂ ਕਰਾਂਗੇ ਬੇਟਾ ਥਿੰਗਸ ਟੂ ਬੀ ਰਿਮੈਂਬਰ। ਆਓ ਆਪਾਂ ਗੱਲਾਂ ਕਰੀਏ ਕਿ ਜਿਹੜੀਆਂ ਗੱਲਾਂ ਯਾਦ ਰੱਖਣ ਵਾਲੀਆਂ ਹਨ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਖਾਧੇ ਜਾਂਦੇ ਭੋਜਨ ਵਿੱਚ ਬਹੁਤ ਭਿੰਨਤਾ ਹੈ। ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਤੱਟੀ ਖੇਤਰ ਨੇ ਜਿਹੜੇ, ਉੱਥੇ ਲੋਕ ਚੌਲ, ਚਾਵਲ ਅਤੇ ਮੱਛੀ ਜ਼ਿਆਦਾ ਮਾਤਰਾ ਵਿੱਚ ਖਾਂਦੇ ਹਨ। ਪੰਜਾਬ ਵਿੱਚ ਸਾਗ ਅਤੇ ਮੱਕੀ ਦੀ ਰੋਟੀ ਜ਼ਿਆਦਾ ਖਾਧੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਵੱਖ-ਵੱਖ ਸੂਬਿਆਂ ਦੇ ਵਿੱਚ ਖਾਧੇ ਜਾਣ ਵਾਲੇ ਭੋਜਨ ਵੀ ਅਲੱਗ-ਅਲੱਗ ਤਰ੍ਹਾਂ ਦੇ ਹਨ। ਦੂਸਰਾ ਪੁਆਇੰਟ ਹੈ ਯਾਦ ਰੱਖਣ ਵਾਲਾ, ਸਾਡੇ ਭੋਜਨ ਦੇ ਮੁੱਖ ਸਰੋਤ ਕੀ ਹਨ ਪੁੱਤਰ? ਪੌਦੇ ਅਤੇ ਜੰਤੂ। ਨੈਕਸਟ ਪੁਆਇੰਟ ਹੈ ਕੇਵਲ ਪੌਦੇ ਖਾਣ ਵਾਲੇ ਜੀਵਾਂ ਨੂੰ ਸ਼ਾਕਾਹਾਰੀ ਕਹਿੰਦੇ ਹਨ, ਹਰਬੀਵੋਰਸ ਬੋਲਦੇ ਹਨ। ਨੈਕਸਟ ਪੁਆਇੰਟ ਹੈਗਾ ਦੂਜੇ ਜੀਵਾਂ ਨੂੰ ਖਾਣ ਵਾਲੇ ਜੀਵ ਮਾਸਾਹਾਰੀ ਹੁੰਦੇ ਹਨ, ਦੈਟ ਇਜ਼ ਕਾਰਨੀਵੋਰਸ। ਅਗਲਾ ਪੁਆਇੰਟ ਆਪਣੇ ਕੋਲ ਹੈ ਪੌਦੇ ਅਤੇ ਜੰਤੂ ਦੋਹਾਂ ਨੂੰ ਖਾਣ ਵਾਲਿਆਂ ਨੂੰ ਸਰਬਆਹਾਰੀ ਕਹਿੰਦੇ ਹਨ, ਦੈਟ ਇਜ਼ ਓਮਨੀਵੋਰਸ। ਆਓ ਬੱਚਿਓ ਹੁਣ ਆਪਾਂ ਐਕਸਰਸਾਈਜ਼ ਦੇ ਪ੍ਰਸ਼ਨਾਂ ਨੂੰ ਹੱਲ ਕਰੀਏ। ਤੁਹਾਡੀ ਐਕਸਰਸਾਈਜ਼ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਕਿ ਸਾਰੇ ਜੀਵ ਇੱਕੋ ਜਿਹਾ ਭੋਜਨ ਖਾਂਦੇ ਹਨ? Do you find that all living beings need the same kind of food? ਨਹੀਂ, ਕੁਝ ਸ਼ਾਕਾਹਾਰੀ ਹੁੰਦੇ ਹਨ, ਕੁਝ ਮਾਸਾਹਾਰੀ ਹੁੰਦੇ ਹਨ ਅਤੇ ਕੁਝ ਸਰਬਾਹਾਰੀ ਹੁੰਦੇ ਹਨ, that is herbivores, carnivores and omnivores। ਤਾਂ ਬੱਚਿਓ ਦੂਸਰਾ ਪ੍ਰਸ਼ਨ ਤੁਹਾਡੀ ਬੁੱਕ ਦੇ ਵਿੱਚ ਜੋ ਹੈ 5 ਅਜਿਹੇ ਪੌਦੇ ਅਤੇ ਉਹਨਾਂ ਦੇ ਹਿੱਸਿਆਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਭੋਜਨ ਵਾਂਗ ਇਸਤੇਮਾਲ ਕੀਤਾ ਜਾਂਦਾ ਹੈ। ਵੈਰੀ ਸਿੰਪਲ, ਤੁਸੀਂ ਪੜ੍ਹ ਚੁੱਕੇ ਹੋ। ਗੰਨਾ, ਸ਼ੂਗਰ ਕੇਨ, ਸਟੈਂਪ ਦੇ ਰੂਪ ਵਿੱਚ, ਤਣੇ ਦੇ ਰੂਪ ਵਿੱਚ ਅਸੀਂ ਕਿਹਦੀ ਵਰਤੋਂ ਕਰਦੇ ਹਾਂ? ਗੰਨੇ ਦੀ। ਲੀਫ, ਪੱਤਿਆਂ ਦੇ ਤੌਰ ਤੇ ਅਸੀਂ ਸਪਿਨਚ, ਪਾਲਕ ਦੀ ਵਰਤੋਂ ਕਰਦੇ ਹਾਂ। ਰੂਟਸ, ਜੜ੍ਹਾਂ ਦੇ ਤੌਰ ਤੇ ਅਸੀਂ ਮੂਲੀ, ਗਾਜਰ, ਕੈਰਟ, ਰੈਡਿਸ਼ ਦੀ ਵਰਤੋਂ ਕਰਦੇ ਹਾਂ। ਨੈਕਸਟ ਹੈ ਬੇਟਾ ਫਲਾਰ, ਫੁੱਲ ਪੱਤਾ ਗੋਭੀ ਦੇ ਰੂਪ ਵਿੱਚ ਅਸੀਂ ਫੁੱਲ ਦੀ ਵਰਤੋਂ ਭੋਜਨ ਦੇ ਤੌਰ ਤੇ ਕਰਦੇ ਹਾਂ। ਫਰੂਟਸ, ਫਲਾਂ ਦੇ ਤੌਰ ਤੇ ਅਸੀਂ ਸੇਬ, ਅੰਬ, ਇਹਨਾਂ ਦੀ ਵਰਤੋਂ ਅਸੀਂ ਭੋਜਨ ਦੇ ਰੂਪ ਵਿੱਚ ਕਰਦੇ ਹਾਂ। ਤਾਂ ਤੁਸੀਂ ਦੇਖਿਆ ਕਿ ਅਸੀਂ ਕਿਸ ਤਰ੍ਹਾਂ ਪੌਦਿਆਂ ਦੇ ਵੱਖ-ਵੱਖ ਭਾਗਾਂ ਨੂੰ ਆਪਣੇ ਭੋਜਨ ਦੇ ਵਿੱਚ ਵਰਤਦੇ ਹਾਂ। ਨੈਕਸਟ ਬੇਟਾ ਤੁਹਾਡੇ ਕੋਲ 3rd ਨੰਬਰ ਕੁਐਸਚਨ ਜੋ ਹੈ ਉਹ ਹੈ ਮੈਚ ਦੀ ਕਾਲਮ। ਤੁਸੀਂ ਕਾਲਮ ਨੂੰ ਮੈਚ ਕਰਨਾ ਹੈ, ਮਿਲਾਨ ਕਰਨਾ ਹੈ। ਫਸਟ ਪੁਆਇੰਟ ਹੈ ਤੁਹਾਡੇ ਕੋਲ ਮਿਲਕ, ਕਰਡ, ਪਨੀਰ, ਘੀ। ਇਹਦਾ ਕਿਹਦੇ ਨਾਲ ਮਿਲਾਨ ਕਰੋਗੇ? ਆਰ ਆਲ ਐਨੀਮਲ ਪ੍ਰੋਡਕਟਸ, ਇਹ ਸਾਰੇ ਸਾਨੂੰ ਜਾਨਵਰਾਂ ਤੋਂ ਮਿਲਦੇ ਹਨ। ਨੈਕਸਟ ਪੁਆਇੰਟ ਹੈ ਸਪਿਨਚ, ਕਾਲੀਫਲਾਵਰ, ਕੈਰਟ ਆਰ ਵੈਜੀਟੇਬਲਸ, ਇਹ ਕੀ ਹਨ? ਸਬਜ਼ੀਆਂ ਹਨ। ਉਸ ਤੋਂ ਅੱਗੇ ਹੈ ਲਾਇਨਸ, ਟਾਈਗਰਸ। ਈਟ ਅਦਰ ਐਨੀਮਲਸ, ਇਹ ਦੂਜੇ ਜਾਨਵਰਾਂ ਨੂੰ ਖਾਂਦੇ ਹਨ। ਨੈਕਸਟ ਹੈ ਹਰਬੀਵੋਰਸ, ਇਹਨੂੰ ਕਿਸ ਨਾਲ ਮਿਲਾਨ ਕਰੋਗੇ? ਈਟ ਪਲਾਂਟਸ ਐਂਡ ਪਲਾਂਟ ਪ੍ਰੋਡਕਟਸ, ਪੌਦੇ ਅਤੇ ਪੌਦੇ ਦੇ ਭਾਗ। ਅਗਲਾ ਪ੍ਰਸ਼ਨ ਹੈ ਤੁਹਾਡਾ ਹੇਠਾਂ ਦਿੱਤੇ ਸ਼ਬਦਾਂ ਨਾਲ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਤੁਹਾਡੇ ਕੋਲ ਹੈ ਚੀਤਾ ਡੈਸ਼ ਹੈ, ਕਿਉਂਕਿ ਇਹ ਕੇਵਲ ਮਾंस ਖਾਂਦਾ ਹੈ। ਤਾਂ ਦੱਸੋ ਬੱਚਿਓ ਇੱਥੇ ਕੀ ਆਏਗਾ ਖਾਲੀ ਥਾਂ ਦੇ ਵਿੱਚ? ਮਾਸਾਹਾਰੀ, carnivore. Tiger is a carnivore because it eats only meat. ਸੈਕਿੰਡ ਹੈ ਬੇਟਾ ਆਪਣੇ ਕੋਲ ਹਿਰਨ ਕੇਵਲ ਪੌਦੇ ਤੇ ਪੌਦਿਆਂ ਦੇ ਹਿੱਸੇ ਖਾਂਦਾ ਹੈ, ਇਸ ਲਈ ਇਸ ਨੂੰ ਸ਼ਾਕਾਹਾਰੀ ਕਹਿੰਦੇ ਹਨ। ਕੀ ਕਹਿੰਦੇ ਹਨ? ਸ਼ਾਕਾਹਾਰੀ, ਹਰਬੀਵੋਰਸ। ਨੈਕਸਟ ਖਾਲੀ ਥਾਂ ਤੁਹਾਡੇ ਕੋਲ ਤੋਤਾ ਕੇਵਲ ਡੈਸ਼ ਖਾਂਦਾ ਹੈ, ਪੌਦੇ। ਪੈਰਟ ਈਟ ਓਨਲੀ ਪਲਾਂਟ ਪ੍ਰੋਡਕਟਸ। ਨੈਕਸਟ ਹੈ ਡੈਸ਼
ਗਾਂ, ਮੱਝ, ਬੱਕਰੀ ਆਦਿ ਤੋਂ ਪ੍ਰਾਪਤ ਹੁੰਦਾ ਹੈ। ਇਸ ਲਈ ਇਹ ਜੀਵ ਉਤਪਾਦ ਹੈ। ਕੀ ਮਿਲਦਾ ਆਪਾਂ ਨੂੰ ਜੀਵਾਂ ਤੋਂ? ਦੁੱਧ ਤੇ ਮਿਲਕ। ਨੈਕਸਟ ਖਾਲੀ ਥਾਂ ਤੁਹਾਡੇ ਕੋਲ ਹੈ ਚੀਨੀ ਡੈਸ਼ ਤੋਂ ਮਿਲਦੀ ਹੈ। ਗੰਨੇ ਤੋਂ we get sugar from sugar cane। ਬੱਚਿਓ, ਇੱਕ ਆਪਾਂ ਐਕਟੀਵਿਟੀ ਤੁਹਾਡੇ ਲਈ ਤਿਆਰ ਕੀਤੀ ਹੈ, ਤੁਸੀਂ ਇਹਨੂੰ ਪ੍ਰਪੇਅਰ ਕਰਨਾ ਹੈ। ਜਿਹੜੀ ਪਹਿਲੀ ਐਕਟੀਵਿਟੀ ਤੁਸੀਂ ਕਰਕੇ ਲੈ ਕੇ ਕਰਨੀ ਹੈ ਆਪਣੀ ਨੋਟਬੁੱਕਸ ਦੇ। ਤੁਸੀਂ ਆਪਣੀ ਨੋਟਬੁੱਕ ਤੇ ਪੈਨ ਦੀ ਸਹਾਇਤਾ ਦੇ ਨਾਲ ਇੱਕ ਲਾਈਨ ਖਿੱਚ ਲੈਣੀ ਹੈ, 2 ਕਾਲਮ ਬਣਾ ਲੈਣੇ ਨੇ। ਫਸਟ ਕਾਲਮ ਦੇ ਵਿੱਚ ਤੁਸੀਂ ਲਿਖੋਗੇ ਫੂਡ ਆਈਟਮਸ, ਸੈਕੰਡ ਕਾਲਮ ਦੇ ਵਿੱਚ ਤੁਸੀਂ ਬੱਚਿਓ ਲਿਖੋਗੇ ਸੋਰਸਿਸ। ਫੋਰ ਐਗਜ਼ਾਮਪਲ, ਤੁਸੀਂ ਰੋਟੀ ਖਾਧੀ ਤਾਂ ਉਹਦੇ ਸਾਹਮਣੇ ਸੋਰਸ ਲਿਖਣਾ ਹੈ, ਰੋਟੀ ਸਾਨੂੰ ਕਿੱਥੋਂ ਮਿਲਦੀ ਹੈ, ਇਹਦਾ ਸੋਰਸ ਕਿਆ ਹੈ, ਬੇਸਿਕ ਸੋਰਸ ਕੀ ਹੈ। ਫਿਰ ਤੁਸੀਂ ਦਾਲ ਖਾਧੀ ਤਾਂ ਸੈਕਿੰਡ ਪੁਆਇੰਟ ਦਾਲ, ਉਹਦੇ ਸਾਹਮਣੇ ਉਹਦਾ ਸੋਰਸ ਲਿਖ ਦੇਣਾ ਹੈ। ਇਸੇ ਤਰ੍ਹਾਂ ਐਗਸ, ਅੰਡੇ ਖਾਧੇ, ਉਹਦਾ ਸੋਰਸ ਲਿਖ ਦੇਣਾ ਹੈ। ਮਿਲਕ ਖਾਧਾ, ਉਹਦਾ ਸੋਰਸ ਲਿਖ ਦੇਣਾ ਹੈ। ਪਨੀਰ ਖਾਧਾ, ਉਹਦਾ ਸੋਰਸ ਲਿਖ ਦੇਣਾ। ਦਹੀਂ ਖਾਧਾ, ਉਹਦਾ ਸੋਰਸ ਤੁਸੀਂ ਸਾਹਮਣੇ ਮੈਂਸ਼ਨ ਕਰ ਦੇਣਾ ਹੈ। ਬਹੁਤ ਹੀ ਇੰਟਰਸਟਿੰਗ ਐਕਟੀਵਿਟੀ ਹੈ ਬੇਟਾ। ਇੱਕ ਹੋਰ ਐਕਟੀਵਿਟੀ ਹੈ ਜਿਹੜੀ ਤੁਸੀਂ ਕਰਨੀ ਹੈ, ਇਸੇ ਤਰ੍ਹਾਂ ਹੀ ਤੁਸੀਂ 2 ਕਾਲਮ ਬਣਾਉਣੇ ਨੇ ਆਪਣੀ ਨੋਟਬੁੱਕ ਦੇ ਉੱਪਰ ਪੈਨ ਦੀ ਸਹਾਇਤਾ ਦੇ ਨਾਲ। ਫਸਟ ਕਾਲਮ ਇਜ਼ ਐਨੀਮਲ ਨੇਮ, ਜਾਨਵਰ ਦਾ ਨਾਮ, ਤੇ ਸੈਕਿੰਡ ਇਜ਼ ਕੈਟਾਗਰੀ। ਉਸ ਦੇ ਵਿੱਚ ਤੁਸੀਂ ਫਸਟ ਨੰਬਰ ਤੇ ਲਿਖੋਗੇ ਡੀਅਰ, ਉਸ ਦੇ ਸਾਹਮਣੇ ਉਸਦੀ ਕੈਟਾਗਰੀ ਲਿਖੋਗੇ ਕਿ ਹਰਬੀਵੋਰ ਹੈ, ਕਾਰਨੀਵੋਰ ਹੈ ਜਾਂ ਓਮਨੀਵੋਰ ਹੈ। ਸੈਕਿੰਡ ਲਿਖੋਗੇ ਡੌਗ, ਉਹਦੇ ਸਾਹਮਣੇ ਕੈਟਾਗਰੀ ਲਿਖੋਗੇ। ਇਸੇ ਤਰ੍ਹਾਂ ਕੈਟ ਲਿਖੋਗੇ ਤੇ ਉਹਦੇ ਸਾਹਮਣੇ ਉਸਦੀ ਕੈਟਾਗਰੀ ਲਿਖੋਗੇ। ਤੇ ਇਸ ਤੋਂ ਬਾਅਦ ਬੱਚਿਓ, ਇੱਕ ਗੱਲ ਆਪਾਂ ਸਾਰਿਆਂ ਨੇ ਸੋਚਣੀ ਅੱਜ ਬਣਦੀ ਹੈ, ਸਾਰਿਆਂ ਲਈ ਇਹ ਗੱਲ ਸੋਚਣੀ ਬਣਦੀ ਹੈ ਕਿ ਸਾਨੂੰ ਭੋਜਨ ਦੀ ਬਰਬਾਦੀ ਨੂੰ ਰੋਕਣ ਲਈ ਕੀ ਕੁਝ ਕਰਨਾ ਚਾਹੀਦਾ ਹੈ। ਕੀ ਤੁਹਾਨੂੰ ਪਤਾ ਹੈ ਪਿਆਰੇ ਬੱਚਿਓ, ਪਿਆਰੇ ਵਿਦਿਆਰਥੀਓ, 1 ਕਿਲੋ ਚੌਲ 1 kg ਰਾਈਸ ਨੂੰ ਉਗਾਉਣ ਲਈ ਲਗਭਗ 2500 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਆਪਣੇ ਕੁਦਰਤੀ ਸਰੋਤ ਦੀ ਵਰਤੋਂ ਹੁੰਦੀ ਹੈ। ਇਹ ਕੁਦਰਤੀ ਸਰੋਤ ਤਾਂ ਬਹੁਤ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦੇ ਨੇ, ਇਹਨਾਂ ਦੀ ਸੰਭਾਲ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਬੱਚਿਓ, ਆਪਾਂ ਕੁਦਰਤੀ ਸਰੋਤ ਨੂੰ ਵੀ ਬਣਾ ਕੇ ਰੱਖਣਾ ਹੈ, ਉਹਨਾਂ ਨੂੰ ਵੀ ਬਚਾਉਣਾ ਹੈ, ਭੋਜਨ ਦੀ ਬਰਬਾਦੀ ਨੂੰ ਵੀ ਰੋਕਣਾ ਹੈ। ਇਸ ਲਈ ਆਪਾਂ ਨੂੰ ਭੋਜਨ ਵੇਸਟ ਨਹੀਂ ਕਰਨਾ ਚਾਹੀਦਾ। ਸਾਨੂੰ ਭੋਜਨ ਨੂੰ ਬਹੁਤ ਹੀ ਸਹੀ ਢੰਗ ਨਾਲ ਉਪਯੋਗ ਕਰਨਾ ਚਾਹੀਦਾ ਹੈ। ਸਾਨੂੰ ਝੂਠ ਨਹੀਂ ਛੱਡਣੀ ਚਾਹੀਦੀ। ਅਸੀਂ ਜਦੋਂ ਵੀ ਭੋਜਨ ਖਾਂਦੇ ਹਾਂ, ਸਾਨੂੰ ਓਨਾ ਕੁ ਹੀ ਆਪਣੀ ਥਾਲੀ ਦੇ ਵਿੱਚ ਪਵਾਉਣਾ ਚਾਹੀਦਾ ਹੈ ਜਿੰਨਾ ਕੁ ਅਸੀਂ ਖਾ ਸਕਦੇ ਹਾਂ। ਕਿਉਂਕਿ ਬੱਚਿਓ, ਇਹਨਾਂ ਸਾਰੀਆਂ ਚੀਜ਼ਾਂ ਨੂੰ ਉਗਾਉਣ ਲਈ ਬਹੁਤ ਹੀ ਨੈਚੁਰਲ ਰਿਸੋਰਸਿਸ ਦੀ ਜ਼ਰੂਰਤ ਪੈਂਦੀ ਹੈ, ਕੁਦਰਤੀ ਸਰੋਤਾਂ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਬਾਰੇ ਧਿਆਨ ਰੱਖਣਾ ਚਾਹੀਦਾ ਹੈ। ਪਾਣੀ ਜੇ ਟੂਟੀਆਂ ਖੁੱਲ੍ਹੀਆਂ ਹੋਣ, ਪਾਣੀ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਉਸੇ ਵਕਤ ਟੂਟੀਆਂ ਪਾਣੀ ਦੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਤੇ ਉਮੀਦ ਹੈ ਬੱਚਿਓ, ਤੁਹਾਨੂੰ ਇਹ ਸਾਰਾ ਅੱਜ ਦਾ ਕੰਸੈਪਟ ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ। ਤੁਸੀਂ ਇਹ ਸਾਰੀ ਐਕਸਰਸਾਈਜ਼ ਆਪਣੀ ਨੋਟਬੁੱਕ ਤੇ ਨੋਟ ਕਰ ਲਵੋਗੇ। ਇਹ ਸਾਰੀਆਂ ਨੋਟਬੁੱਕਸ ਤੇ ਨੋਟ ਕਰਕੇ ਆਪਣਾ ਇਸ ਤੋਂ ਚੰਗਾ ਗਿਆਨ ਪ੍ਰਾਪਤ ਕਰੋਗੇ ਤੇ ਭਰਪੂਰ ਲਾਭ ਉਠਾਓਗੇ। ਥੈਂਕ ਯੂ ਵੈਰੀ ਮਚ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ।